ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ਵਿੱਚ ਆਵੇਗੀ ਤੇਜ਼ੀ। ਕੈਨੇਡਾ ਜਲਦ ਲਾਉਣ ਜਾ ਰਿਹਾ ਯਾਤਰਾ ਪਾਬੰਦੀਆਂ। PR ਵਾਲਿਆਂ ਤੇ ਵੀ ਹੋਵੇਗੀ ਸਖਤੀ। ਇਟਲੀ ਟੀਕਾਕਰਨ ਨਾ ਕਰਵਾਏ ਯਾਤਰੀਆਂ ਨੂੰ ਪਹੁੰਚਣ ਤੇ 5 ਦਿਨਾਂ ਲਈ ਰਹਿਣਾ ਹੋਵੇਗਾ ਕੁਆਰੰਟਾਈਨ। ਫੌਕਸ ਨੇ ਕੈਪੀਟਲ ਹਿੰਸਾ ਦੌਰਾਨ ਵਾਈਟ ਹਾਊਸ ਨੂੰ ਟੈਕਸਟ ਸੰਦੇਸ਼ ਭੇਜੇ ਸਨ। ਅਮਰੀਕਾ ਸਪੀਕਰ ਨੈਂਸੀ ਪੈਲੋਸੀ ਨੂੰ ਧਮਕੀ ਦੇਣ ਵਾਲੇ ਨੂੰ 2 ਸਾਲ ਦੀ ਕੈਦ। ਬਾਈਡਨ ਪ੍ਰਸ਼ਾਸਨ ਤਿੱਬਤ ਮੁੱਦੇ ਨੂੰ ਦੇਵੇ ਤਰਜੀਹ। ਅਮਰੀਕੀ ਕਾਨੂੰਨ ਘਾੜੇ। ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਰਾਜਨਾਥ ਨਾਲ ਗੱਲਬਾਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬੀਤੇ ਕੱਲ ਦੇਸ਼ ਦੀ ਤਾਜ਼ਾ ਆਰਥਿਕਤਾ ਅਤੇ ਖਜ਼ਾਨੇ ਬਾਰੇ ਜਾਣਕਾਰੀ ਜਨਤਕ ਕਰਦਿਆਂ ਭਵਿੱਖ ਵਿੱਚ ਨਿਵੇਸ਼ ਕਰਨ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ ਬਾਰੇ ਖੁਲਾਸਾ ਕੀਤਾ ਹੈ ਅਤੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਆਰਥਿਕਤਾ ਵਿੱਚ ਆਈ ਖੜੋਤ ਵਿੱਚ ਸੁਧਾਰ ਹੋ ਰਿਹਾ। ਮਹਾਮਾਰੀ ਦੌਰਾਨ ਖੁਸ਼ੀਆਂ ਨੌਕਰੀਆਂ ਦੁਆਰਾ ਬਹਾਲ ਹੋ ਚੁੱਕੀਆਂ ਨੇ। ਬੇਰੁਜ਼ਗਾਰੀ ਦਰ ਘਟੀ ਹੈ ਅਤੇ ਸਰਕਾਰ ਦੀ ਕਾਰਾਂ ਤੋਂ ਆਮਦਨ ਵਧੀ ਹੈ। ਅਜਿਹੇ ਵਿੱਚ ਕੈਨੇਡਾ ਦੀ ਸਥਿਤੀ ਕੁਝ ਦੇਸ਼ਾਂ ਤੋਂ ਵੀ ਬਿਹਤਰ ਹੈ। ਮੰਤਰੀ ਫਰੀਲੈਂਡ ਨੇ ਆਖਿਆ ਕਿ ਮਹਾਮਾਰੀ ਦੇ ਟਾਕਰੇ ਅਤੇ ਵੈਕਸੀਨ ਲਈ ਖਜ਼ਾਨੇ 'ਚੋਂ $1.5 ਅਰਬ ਦੀ ਵਿਵਸਥਾ ਰੱਖੀ ਜਾ ਰਹੀ। ਦੇਸ਼ ਵਿੱਚ ਇਮੀਗ੍ਰੇਸ਼ਨ ਉਤਸ਼ਾਹਿਤ ਕਰਨ ਲਈ ਨਿਵੇਸ਼ ਬਾਰੇ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨਾਲ ਕੈਨੇਡਾ ਦੀ ਆਰਥਿਕਤਾ ਧੜਕਦੀ ਰੱਖਣ ਲਈ ਮਦਦ ਮਿਲਦੀ ਹੈ, ਜਿਸ ਕਰਕੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੇ ਸਿਸਟਮ 'ਚ ਨਿਵੇਸ਼ ਵਧਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ $8.5 ਕਰੋੜ ਦੇ ਵਾਧੂ ਨਿਵੇਸ਼ ਨਾਲ ਅਰਜ਼ੀਆਂ ਦੇ ਨਿਪਟਾਰੇ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਇਸ ਸਮੇਂ ਇਮੀਗ੍ਰੇਸ਼ਨ ਮੰਤਰਾਲੇ ਕੌ ਪੱਕੀ ਹੋਣ ਲਈ ਵਿਦੇਸ਼ੀਆਂ ਦੀਆਂ ਲਗਭਗ 18 ਲੱਖ ਅਰਜ਼ੀਆਂ ਵਿਚਾਰ ਅਧੀਨ ਨੇ। ਮੰਤਰੀ ਫਰੀਲੈਂਡ ਨੇ ਦੱਸਿਆ ਕਿ ਇਮੀਗ੍ਰੇਸ਼ਨ 2022 'ਚ 4,11,000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਏਗਾ। ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮਿਕਰੌਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸੰਬੰਧੀ ਪਾਬੰਦੀਆਂ ਨੂੰ ਸਖਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। CBC ਦੀ ਇੱਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਰਾਜਾਂ ਦੇ ਪ੍ਰੀਮੀਅਰ ਇਸ ਮੁੱਦੇ ਉੱਤੇ ਗੱਲਬਾਤ ਕਰ ਚੁੱਕੇ ਨੇ, ਪਰ ਹਾਲੇ ਤੱਕ ਫੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਵੇਂ ਚੁੱਕੇ ਜਾਣ ਵਾਲੇ ਕਦਮਾਂ ਵਿੱਚ ਲਾਜ਼ਮੀ ਇਕਾਂਤ ਵਾਸਤੇ ਟੈਸਟਿੰਗ ਦੀ ਸ਼ਰਤ ਹੋ ਸਕਦੀ ਹੈ। ਇਹ ਸ਼ਰਤ ਕੈਨੇਡੀਅਨ ਨਾਗਰਿਕਾਂ ਤੇ ਮੁਲਕ ਵਿੱਚ ਪੱਕੀ ਰਿਹਾਇਸ਼ ਹਾਸਲ ਕਰਨ ਵਾਲਿਆਂ ਉੱਤੇ ਵੀ ਲਾਗੂ ਹੋ ਸਕਦੀ ਹੈ। ਅਫਰੀਕਾ ਦੇ 10 ਮੁਲਕਾਂ ਦੀ ਹਾਲ ਹੀ ਵਿੱਚ ਯਾਤਰਾ ਕਰਨ ਵਾਲਿਆਂ ਉੱਤੇ ਕੈਨੇਡਾ ਪਹਿਲਾਂ ਹੀ ਪਾਬੰਦੀਆਂ ਲਾ ਚੁੱਕਾ ਹੈ। ਓਮਿਕਰੌਨ, ਜੋ ਕਿ ਸਿਹਤ ਅਧਿਕਾਰੀਆਂ ਮੁਤਾਬਕ ਡੈਲਟਾ ਸਰੂਪ ਨਾਲੋਂ ਵੱਧ ਤੇਜ਼ੀ ਨਾਲ ਫੈਲਦਾ ਹੈ, ਕੈਨੇਡਾ ਦੇ ਕਈ ਖੇਤਰਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਟਰੂਡੋ ਤੇ 10 ਪ੍ਰੇਮੀਆਂ ਵਿਚਾਲੇ ਹੋਈ ਗੱਲਬਾਤ ਵਿੱਚ ਬੂਸਟਰ ਸ਼ਾਟ ਤੇਜ਼ੀ ਨਾਲ ਦੇਣ ਉੱਤੇ ਸਹਿਮਤੀ ਬਣੀ ਹੈ। ਓਮਿਕਰੌਨ ਦੀ ਦਹਿਸ਼ਤ ਵਿਚਕਾਰ ਇਟਲੀ ਨੇ ਇੱਕ ਵਾਰ ਫਿਰ ਆਪਣੀ ਕੋਵਿਡ-19 ਐਮਰਜੈਂਸੀ ਦੀ ਮਿਆਦ 3 ਮਹੀਨਿਆਂ ਲਈ ਮਤਲਬ 31 ਮਾਰਚ 2022 ਤੱਕ ਵਧਾ ਦਿੱਤੀ ਹੈ। ਮੰਤਰੀਆਂ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਕੋਰੋਨਾ ਵਾਇਰਸ ਦੇ ਸਕਾਰਾਤਮਕ ਮਾਮਲਿਆਂ ਵਿੱਚ ਵਾਧੇ ਅਤੇ ਨਵੇਂ ਓਮਿਕਰੌਨ ਵੈਰੀਐਂਟ ਦੇ ਉਭਾਰ ਵਿਚਕਾਰ ਇਹ ਫੈਸਲਾ ਲਿਆ ਗਿਆ। ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਦੇ ਅੰਤ ਦੀ ਸ਼ੁਰੂਆਤੀ ਤਾਰੀਖ, ਜੋ ਪਹਿਲੀ ਵਾਰ ਜਨਵਰੀ 2020 ਵਿੱਚ ਪੇਸ਼ ਕੀਤੀ ਗਈ ਸੀ, ਉਹ 31 ਦਸੰਬਰ 2021 ਸੀ। ਨਵੇਂ ਵਿਸਥਾਰ ਵਿੱਚ ਸਰਕਾਰ ਨੇ ਜ਼ਿਕਰ ਕੀਤਾ ਹੈ ਕਿ 16 ਦਸੰਬਰ ਅਤੇ 31 ਜਨਵਰੀ ਦੇ ਵਿਚਕਾਰ ਯੂਰੋਪੀਅਨ ਯੂਨੀਅਨ ਤੋਂ ਇਟਲੀ ਆਉਣ ਵਾਲੇ ਲੋਕਾਂ ਨੂੰ ਲਾਜ਼ਮੀ ਕੋਵਿਡ-19 ਟੈਸਟਿੰਗ ਵਿੱਚੋਂ ਲੰਘਣਾ ਹੋਏਗਾ। ਟੀਕਾਕਰਨ ਕਰਵਾਏ ਗਏ ਯਾਤਰੀਆਂ ਨੂੰ ਪਹੁੰਚਣ ਤੇ 5 ਦਿਨਾਂ ਲਈ ਕੁਆਰੰਟਾਈਨ ਵੀ ਰਹਿਣਾ ਹੋਏਗਾ। ਸੁਪਰ ਗ੍ਰੀਨ ਪਾਸ ਦੀ ਵੈਧਤਾ ਦੀ ਮਿਆਦ, ਜੋ ਪਹਿਲਾਂ ਤੋਂ ਹੀ ਟੀਕਾਕਰਨ ਕਰਵਾਏ, ਪਹਿਲਾਂ ਕੋਵਿਡ ਤੋਂ ਬਿਮਾਰ ਰਹਿ ਚੁੱਕੇ ਜਾਂ ਟੈਸਟ ਵਿੱਚ ਨੈਗੇਟਿਵ ਆਏ ਲੋਕਾਂ ਨੂੰ ਰੈਸਟੋਰੈਂਟਾਂ, ਸਿਨੇਮਾ ਘਰਾਂ ਅਤੇ ਥੀਏਟਰਾਂ ਵਰਗੇ ਸਥਾਨਾਂ ਤੱਕ ਵਿਸ਼ੇਸ਼ ਪਹੁੰਚ ਪ੍ਰਦਾਨ ਕਰਦਾ ਹੈ, ਨੂੰ ਵੀ ਪਿਛਲੀ 15 ਜਨਵਰੀ 2022 ਦੀ ਤਾਰੀਖ ਤੋਂ 31 ਮਾਰਚ 2022 ਤੱਕ ਵਧਾ ਦਿੱਤਾ ਗਿਆ ਸੀ। ਅਮਰੀਕਾ 'ਚ ਇਸ ਸਾਲ 6 ਜਨਵਰੀ ਨੂੰ ਕੈਪੀਟਲ ਵਿੱਚ ਹੋਈ ਹਿੰਸਾ ਦੌਰਾਨ ਫੌਕਸ ਨਿਊਜ਼ ਚੈਨਲ ਦੇ ਲੋਕਾਂ ਨੇ ਵਾਈਟ ਹਾਊਸ ਨੂੰ ਟੈਕਸਟ ਸੰਦੇਸ਼ ਭੇਜੇ ਸਨ।
ਇਹ ਭੇਦ ਖੁੱਲਣ ਇਸ ਗੱਲ ਦਾ ਇੱਕ ਹੋਰ ਉਦਾਹਰਣ ਹੈ ਕਿ ਕਿਵੇਂ ਨੈਟਵਰਕ ਨਾਲ ਜੁੜੇ ਲੋਕਾਂ ਨੇ ਸਿਰਫ ਰਿਪੋਰਟ ਕਰਨ ਅਤੇ ਟਿੱਪਣੀ ਕਰਨ ਦੀ ਥਾਂ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਵਿਓਮਿੰਗ ਵਿੱਚ ਰਿਪਬਲਿਕਨ ਪ੍ਰਤੀਨਿਧੀ ਅਤੇ ਦੰਗੇ ਦੀ ਜਾਂਚ ਕਰ ਰਹੀ ਕਾਂਗਰਸ ਕਮੇਟੀ ਦੀ ਉਪ ਪ੍ਰਧਾਨ ਲਿਜ਼ ਚੇਨੀ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ 6 ਜਨਵਰੀ ਨੂੰ ਕੈਪੀਟਲ ਤੇ ਹੱਲਾ ਬੋਲਿਆ ਸੀ ਅਤੇ ਇਸ ਦੌਰਾਨ ਸ਼ੌਨ ਹੈਨਟੀ, ਲੌਰਾ ਇਗਰਾਹਮ ਅਤੇ ਬ੍ਰਾਇਨ ਕਿਲਮੇਡ ਨੇ ਟਰੰਪ ਦੇ ਚੀਫ ਆਫ ਸਟਾਫ ਮਾਰਕ ਮਿਡੋਜ਼ ਨੂੰ ਸੰਦੇਸ਼ ਭੇਜੇ ਸਨ। ਫੌਕਸ ਦੇ ਸਭ ਤੋਂ ਪ੍ਰਮੁੱਖ ਪੱਤਰਕਾਰ ਕ੍ਰਿਸ ਵਾਲੇਸ ਦੇ 18 ਸਾਲ ਬਾਅਦ ਨੌਕਰੀ ਛੱਡਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਦੇਰ ਰਾਤ ਚੇਨੀ ਨੇ ਇਨ੍ਹਾਂ ਟੈਕਸਟ ਸੰਦੇਸ਼ਾਂ ਦਾ ਖੁਲਾਸਾ ਕੀਤਾ। ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਸਪੀਕਰ ਨੈਂਸੀ ਪੈਲੋਸੀ ਨੂੰ ਗੋਲੀ ਮਾਰਨ ਦੀ ਕਥਿਤ ਧਮਕੀ ਦੇਣ ਵਾਲੇ ਕਲਵੀਲੈਂਡ ਮੈਰੀਡਿਥ ਨਾਂ ਦੇ ਵਿਅਕਤੀ ਨੂੰ 2 ਸਾਲ ਅਤੇ 4 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਰੋਲੀਨ ਸੂਬੇ ਦਾ ਰਹਿਣ ਵਾਲਾ ਇਹ ਵਿਅਕਤੀ 6 ਜਨਵਰੀ 2021 ਨੂੰ ਵਾਸ਼ਿੰਗਟਨ ਵਿੱਚ ਸੰਸਦ 'ਚ ਦਾਖਲ ਹੋਣ ਦੌਰਾਨ ਹੋਏ ਦੰਗੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਬੰਦੂਕ ਲੈ ਕੇ ਉੱਥੇ ਆਇਆ ਸੀ। ਉਸਨੇ ਪੈਲੋਸੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਕੁਈਨਲੈਂਡ ਵਾਸ਼ਿੰਗਟਨ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ ਅਤੇ ਉਸਨੇ ਆਪਣੇ ਚਾਚੇ ਨੂੰ ਇੱਕ ਮੈਸੇਜ ਭੇਜਿਆ ਕਿ ਉਹ ਟੈਲੀਵਿਜ਼ਨ ਪ੍ਰਸਾਰਣ ਦੌਰਾਨ ਨੈਂਸੀ ਪੈਲੋਸੀ ਨੂੰ ਗੋਲੀ ਮਾਰਨਾ ਚਾਹੁੰਦਾ ਹੈ। ਉਸਦੇ ਚਾਚੇ ਵੱਲੋਂ ਇਹ ਜਾਣਕਾਰੀ ਅਮਰੀਕੀ ਸੰਘੀ ਜਾਂਚ ਏਜੰਸੀ ਨੂੰ ਦਿੱਤੀ ਗਈ ਸੀ। ਕਲਵੀਲੈਂਡ 11 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਸਿਖਰਲੇ ਅਮਰੀਕੀ ਸੈਨੇਟਰਾਂ ਦੇ 2 ਸਮੂਹਾਂ ਨੇ ਬਾਈਡਨ ਪ੍ਰਸ਼ਾਸਨ ਨੂੰ ਤਿੱਬਤ ਦੇ ਮੁੱਦੇ ਤੇ ਸਿਖਰਲੀ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਅਮਰੀਕੀ ਸੈਨੇਟਰਾਂ ਨੇ ਕਿਹਾ ਕਿ ਵਿਸ਼ੇਸ਼ ਕਰਕੇ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਗੱਲਬਾਤ ਜਾਂ ਰਾਬਤਾ ਬਣਾ ਕੇ ਰੱਖਣ ਦੇ ਨਾਲ ਇੱਕ ਅਜਿਹੀ ਪਾਲਿਸੀ ਦੀ ਲੋੜ ਹੈ ਜੋ ਤਿੱਬਤ ਦੇ ਨਿਵੇਕਲੇ ਸਿਆਸੀ, ਨਸਲੀ, ਸੱਭਿਆਚਾਰਕ ਤੇ ਧਾਰਮਿਕ ਪਛਾਣ ਚੀਨ ਨਾਲੋਂ ਵੱਖਰੀ ਹੋਣ ਦੀ ਤਸਦੀਕ ਕਰਦੀ ਹੋਵੇ। ਅਮਰੀਕੀ ਕਾਨੂੰਨ ਸਾਜ਼ਾਂ ਨੇ ਨਾਗਰਿਕ ਸੁਰੱਖਿਆ, ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੀ ਉਪ ਮੰਤਰੀ ਉਜ਼ਰਾ ਜ਼ਿਆ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਤਿੱਬਤ ਅਮਰੀਕਾ ਲਈ ਕਾਫੀ ਮਾਇਨੇ ਰੱਖਦਾ ਹੈ। ਭਾਰਤੀ ਮੂਲ ਦੀ ਜ਼ਿਆ ਨੂੰ ਤਿੱਬਤੀ ਮੁੱਦਿਆਂ ਲਈ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਫੋਨ ਤੇ ਗੱਲ ਕਰਕੇ ਸੀਡੀਐਸ ਜਨਰਲ ਬਿਪਿਨ ਰਾਵਤ ਤੇ ਹੋਰਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨਾਲ ਅਮਰੀਕਾ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਪੈਂਟਾਗਨ ਦੇ ਪ੍ਰੈਸ ਸਕੱਤਰ ਜੋਹਨ ਕਿਰਬੀ ਨੇ ਇੱਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਦੌਰਾਨ ਕਿਹਾ ਕਿ ਆਸਟਿਨ ਨੇ ਰੱਖਿਆ ਭਾਈਵਾਲੀ ਡੂੰਘੀਕਰਨ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ ਹੈ। ਇੱਕ ਟਵੀਟ ਵਿੱਚ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਦਾ ਧੰਨਵਾਦ ਕੀਤਾ। ਰਾਜਨਾਥ ਨੇ ਟਵੀਟ ਕੀਤਾ ਕਿ ਆਸਟਿਨ ਨੇ ਰਾਵਤ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਹੈ। ਪਿਛਲੇ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਜਨਰਲ ਰਾਵਤ ਦੇ ਦੇਹਾਂਤ ਨਾਲ ਭਾਰਤ ਤੇ ਅਮਰੀਕਾ ਨੂੰ ਵੱਡਾ ਘਾਟਾ ਪਿਆ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ 2 ਭਾਰਤੀਆਂ ਨੂੰ 27 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਵਾਂ ਤੇ $6 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਸੀ। ਨਿਊ ਜਰਸੀ ਦੀ ਸੰਘੀ ਅਦਾਲਤ ਦੇ ਜ਼ਿਲ੍ਹਾ ਜੱਜ ਜੋਸਫ ਰੋਡਗਰੇਜ਼ ਨੇ ਜੀਸਾਨ ਖਾਨ ਅਤੇ ਮਾਜ ਅਹਿਮਦ ਸ਼ਮਸੀ ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ। ਦੋਵਾਂ ਨੂੰ ਵਾਇਰ ਧੋਖਾਧੜੀ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ। ਕਾਰਜਕਾਰਨੀ ਅਟਾਰਨੀ ਰੇਚੇਲ ਹੌਨਿੰਗ ਨੇ ਦੱਸਿਆ ਕਿ ਸ਼ਮਸੀ ਤੇ ਜੀਸ਼ਾਨ ਤੇ 19 ਲੋਕਾਂ ਤੋਂ ਵਾਇਰ ਟ੍ਰਾਂਸਫਰ ਜ਼ਰੀਏ $6,18,000 ਦੀ ਧੋਖਾਧੜੀ ਕਰਨ ਦੇ ਦੋਸ਼ ਤੈਅ ਕੀਤੇ ਗਏ ਸਨ। ਵਾਇਰ ਟ੍ਰਾਂਸਫਰ, ਬੈਂਕ ਟ੍ਰਾਂਸਫਰ ਜਾਂ ਕ੍ਰੈਡਿਟ ਟ੍ਰਾਂਸਫਰ ਵਿਅਕਤੀ ਜਾਂ ਸੰਸਥਾ ਦੇ ਦੂਜੇ ਵਿਅਕਤੀ ਨੂੰ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਕਰਨ ਦਾ ਤਰੀਕਾ ਹੈ। ਅਦਾਲਤੀ ਦਸਤਾਵੇਜ਼ ਮੁਤਾਬਕ ਭਾਰਤ ਵਿੱਚ ਕੁਝ ਕਾਲ ਸੈਂਟਰਾਂ ਦੀ ਵਰਤੋਂ ਕਰਕੇ ਅਮਰੀਕੀ ਨਾਗਰਿਕਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਟੋਮੇਟਿਡ ਕਾਲ ਜ਼ਰੀਏ ਪੀੜਤਾਂ ਨਾਲ ਸੰਪਰਕ ਕਰਕੇ ਠੱਗੀ ਕੀਤੀ ਜਾਂਦੀ ਸੀ। ਦੱਖਣੀ ਅਫਰੀਕਾ ਵਿੱਚ ਸਭ ਤੋਂ ਪਹਿਲਾਂ ਪਛਾਣੇ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਨਜਿੱਠਣ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਬੂਸਟਰ ਖੁਰਾਕਾਂ ਨੂੰ ਲਾਗੂ ਕੀਤਾ ਜਾ ਰਿਹਾ। ਵਿਸ਼ਵ ਸਿਹਤ ਸੰਗਠਨ ਨੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਓਮਿਕਰੋਨ ਨੂੰ ਦੁਨੀਆ ਲਈ ਇੱਕ ਵੱਡਾ ਖਤਰਾ ਦੱਸਦਿਆਂ ਅਤੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਪ੍ਰਮਾਣਿਤ ਗੈਰ ਕੋਰੋਨਾ ਟੀਕੇ ਨਵੇਂ ਖੋਜੇ ਗਏ ਓਮਿਕਰੋਨ ਵੇਰੀਐਂਟ ਦੇ ਵਿਰੁੱਧ ਕਾਫੀ ਘੱਟ ਸੁਰੱਖਿਆਤਮਕ ਨੇ। ਹਾਲਾਂਕਿ ਵੈਕਸੀਨ ਦੀ ਇੱਕ ਬੂਸਟਰ ਖੁਰਾਕ ਨਵੇਂ ਰੂਪ ਨਾਲ ਨਜਿੱਠਣ ਵਿੱਚ ਪ੍ਰਭਾਵਸ਼ਾਲੀ ਸਾਬਤ
ਹੋ ਸਕਦੀ ਹੈ। ਮੈਸਾਚਿਊਸੇਟਸ ਜਨਰਲ ਹਸਪੀਟਲ, ਹਾਰਵਰਡ ਅਤੇ MIT ਦੇ ਖੋਜਕਰਤਾਵਾਂ ਨੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਨੇ ਓਮਿਕਰੌਨ ਵੈਰੀਐਂਟ ਦੇ ਸਮਾਨ ਸੁਡਾ ਵਾਇਰਸ ਦੇ ਵਿਰੁੱਧ ਮੋਡਰਨਾ, ਜੌਨਸਨ ਐਂਡ ਜੌਨਸਨ ਅਤੇ ਫਾਈਜ਼ਰ ਬਾਇਓਟੈਕ ਤੋਂ ਟੀਕੇ ਪ੍ਰਾਪਤ ਕੀਤੇ ਸਨ। ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਓਮਿਕਰੌਨ ਵੈਰੀਐਂਟ ਕਰੋਨਾ ਵਾਇਰਸ ਦੇ ਪਿਛਲੇ ਰੂਪਾਂ ਨਾਲੋਂ ਜ਼ਿਆਦਾ ਛੂਤਕਾਰੀ ਹੈ। ਇਹ ਖਤਰਨਾਕ ਡੈਲਟਾ ਵੈਰੀਐਂਟ ਨਾਲੋਂ ਲਗਭਗ 2 ਗੁਣਾ ਜ਼ਿਆਦਾ ਛੂਤਕਾਰੀ ਵੀ ਹੈ ਅਤੇ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਪਾਇਆ ਕਿ ਫਾਈਜ਼ਰ ਅਤੇ ਐਸਟਰਾਜ਼ੈਨੇਕਾ ਤੇ 2 ਡੋਜ਼ ਵਾਲੇ ਕਰੋਨਾ ਵਾਇਰਸ ਟੀਕੇ ਨੇ ਨਵੇਂ ਰੂਪਾਂ ਦੇ ਵਿਰੁੱਧ ਲੜਿੰਦੇ ਨਿਰਪੱਖ ਐਂਟੀਬਾਡੀਜ਼ ਪੈਦਾ ਨਹੀਂ ਕੀਤੇ ਹਨ। ਫਾਈਜ਼ਰ ਅਤੇ ਬਾਇਓਟੈਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹਨਾਂ ਦੀ ਵੈਕਸੀਨ ਦੀਆਂ 3 ਖੁਰਾਕਾਂ ਨਵੇਂ ਓਮਿਕਰੌਨ ਵੈਰੀਐਂਟ ਨੂੰ ਬੇਅਸਰ ਕਰਨ ਦੇ ਸਮਰੱਥ ਹਨ। ਮਾਡਰਨਾ, ਜੌਨਸਨ ਐਂਡ ਜੌਨਸਨ ਨੇ ਅਜੇ ਤੱਕ ਇਸ ਬਾਰੇ ਕੋਈ ਡਾਟਾ ਜਾਰੀ ਨਹੀਂ ਕੀਤਾ ਹੈ ਕਿ ਉਹਨਾਂ ਦੇ ਟੀਕੇ ਨਵੇਂ ਐਡੀਸ਼ਨ ਦੇ ਵਿਰੁੱਧ ਕਿੰਨੇ ਪ੍ਰਭਾਵਸ਼ਾਲੀ ਨੇ। ਜੌਨਸਨ ਐਂਡ ਜੌਨਸਨ ਦੇ ਨਵੇਂ ਅਧਿਐਨ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮਾਡਰਨਾ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਦੁਨੀਆ 'ਚ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ 'ਚ ਕੁੱਲ 72 ਮਿਲੀਅਨ ਯਾਨੀ ਕਿ 72 ਲੱਖ ਬੱਚਿਆਂ ਦਾ ਕਰੋਨਾ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਚਿਲਡਰਨ ਹਸਪਤਾਲ ਐਸੋਸੀਏਸ਼ਨ ਆਫ ਅਮਰੀਕਾ ਤੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ। ਜਾਣਕਾਰੀ ਅਨੁਸਾਰ 9 ਨਵੰਬਰ ਤੱਕ ਅਮਰੀਕਾ ਵਿੱਚ ਕੁੱਲ 71,96,901 ਬੱਚੇ ਕਰੋਨਾ ਸੰਕਰਮਿਤ ਹੋਣ ਦੀ ਸੂਚਨਾ ਮਿਲੀ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ ਕੁੱਲ ਕਰੋਨਾ ਸੰਕਰਮਿਤ ਮਰੀਜ਼ਾਂ ਵਿੱਚ 17.2% ਬੱਚੇ ਸ਼ਾਮਲ ਨੇ। ਕੁੱਲ ਆਬਾਦੀ ਦੇ ਹਰ 1 ਲੱਖ ਬੱਚਿਆਂ ਵਿੱਚੋਂ 9,562 ਬੱਚੇ ਕਰੋਨਾ ਪੀੜਤ ਨੇ। ਪਿਛਲੇ ਹਫ਼ਤੇ ਅਮਰੀਕਾ ਵਿੱਚ ਕੁੱਲ 1,64,000 ਬੱਚਿਆਂ ਦੇ ਕਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਨੇ। ਦਸੰਬਰ ਦੇ ਪਹਿਲੇ ਹਫ਼ਤੇ ਦੇ ਮੁਕਾਬਲੇ 24% ਜ਼ਿਆਦਾ ਬੱਚੇ ਕਰੋਨਾ ਸੰਕਰਮਿਤ ਪਾਏ ਗਏ ਨੇ। ਅਮਰੀਕਾ ਵਿੱਚ ਲਗਾਤਾਰ 18ਵੇਂ ਹਫ਼ਤੇ 1 ਲੱਖ ਤੋਂ ਵੱਧ ਬੱਚਿਆਂ ਦੇ ਕਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਨੇ। ਰਿਪੋਰਟ ਮੁਤਾਬਕ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਹੁਣ ਤੱਕ ਕੁੱਲ 21 ਲੱਖ ਤੋਂ ਵੱਧ ਬੱਚਿਆਂ ਦੇ ਕਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਨੇ। ਨਾਲ ਹੀ ਹਸਪਤਾਲ ਵਿੱਚ ਦਾਖਲ ਕੁੱਲ 4% ਕਰੋਨਾ ਸੰਕਰਮਿਤ ਮਰੀਜ਼ਾਂ ਵਿੱਚੋਂ 1.7% ਬੱਚੇ ਸ਼ਾਮਲ ਨੇ। ਇਸ ਦੇ ਨਾਲ ਹੀ ਕਰੋਨਾ ਨਾਲ ਮਰਨ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 0.4% ਬੱਚੇ ਸ਼ਾਮਲ ਨੇ। ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਤੱਕ ਬੱਚਿਆਂ ਨੂੰ ਕਰੋਨਾ ਕਾਰਨ ਗੰਭੀਰ ਬਿਮਾਰੀ ਹੋਣਾ ਆਮ ਗੱਲ ਨਹੀਂ ਹੈ। ਰਿਪੋਰਟ ਦੇ ਅਨੁਸਾਰ ਬੱਚਿਆਂ ਤੇ ਕਰੋਨਾ ਮਹਾਮਾਰੀ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਜਲਦੀ ਤੋਂ ਜਲਦੀ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਇਸ ਦੇ ਨਾਲ ਬੱਚਿਆਂ ਦੀ ਸਰੀਰਕ, ਮਾਨਸਿਕ ਤੇ ਭਾਵਨਾਤਮਕ ਸਿਹਤ ਤੇ ਕਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਵੀ ਜ਼ਰੂਰਤ ਹੈ। ਤੁਹਾਨੂੰ ਦੱਸਦੇ ਕਿ ਅਮਰੀਕਾ ਵਿੱਚ ਹੁਣ ਤੱਕ ਕਰੋਨਾ ਦੀਆਂ ਕੁੱਲ 3 ਲਹਿਰਾਂ ਦਸਤਕ ਦੇ ਚੁੱਕੀਆਂ ਨੇ। ਕਰੋਨਾ ਸੰਕਰਮਣ ਦਾ ਪਹਿਲਾ ਮਾਮਲਾ 20 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 13 ਮਾਰਚ ਨੂੰ ਰਾਸ਼ਟਰਪਤੀ ਟਰੰਪ ਨੇ ਦੇਸ਼ ਵਿੱਚ ਰਾਸ਼ਟਰੀ ਆਫਤ ਘੋਸ਼ਿਤ ਕਰਦੇ ਹੋਏ ਵੱਖ-ਵੱਖ ਸੂਬਿਆਂ ਵਿੱਚ ਤਾਲਾਬੰਦੀ ਵੀ ਲਗਾ ਦਿੱਤੀ ਸੀ। ਅਮਰੀਕਾ ਵਿੱਚ ਕਰੋਨਾ ਦੀ ਤੀਜੀ ਲਹਿਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਅਤੇ ਨਿਊਜ਼ੀਲੈਂਡ ਦੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇੰਡੋ ਪੈਸੀਫਿਕ ਖੇਤਰ ਦੀ ਸਥਿਰਤਾ ਦੇ ਮੁੱਦੇ ਤੇ ਚਰਚਾ ਕੀਤੀ। ਅਮਰੀਕੀ ਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਵਿਭਾਗ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਰੱਖਿਆ ਅਧਿਕਾਰੀਆਂ ਦੀ ਇਹ ਬੈਠਕ ਵਰਚੁਅਲ ਤਰੀਕੇ ਨਾਲ ਹੋਈ ਅਤੇ ਇਸ ਦੌਰਾਨ ਦੋਹਾਂ ਦੇਸ਼ਾਂ ਨੇ ਇੰਡੋ ਪੈਸੀਫਿਕ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਤੇ ਚਰਚਾ ਕੀਤੀ। ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਇੰਡੋ ਪੈਸੀਫਿਕ ਸੁਰੱਖਿਆ ਮਾਮਲਿਆਂ ਲਈ ਅਮਰੀਕੀ ਸਹਾਇਕ ਰੱਖਿਆ ਸਕੱਤਰ ਡਾਕਟਰ ਏਲੀ ਰੈਟਨਰ ਅਤੇ ਨਿਊਜ਼ੀਲੈਂਡ ਦੇ ਰੱਖਿਆ ਨੀਤੀ ਅਤੇ ਯੋਜਨਾ ਦੇ ਉਪ ਸਕੱਤਰ ਮਾਈਕਲ ਸਵੈਨ ਨੇ ਵਰਚੁਅਲੀ ਢੰਗ ਨਾਲ ਅਮਰੀਕਾ ਨਿਊਜ਼ੀਲੈਂਡ ਰੱਖਿਆ ਨੀਤੀ ਦੀ 8ਵੀਂ ਸਾਲਾਨਾ ਮੀਟਿੰਗ ਵਿੱਚ ਚਰਚਾ ਕੀਤੀ। ਅਮਰੀਕੀ ਰੱਖਿਆ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਨੇ ਇੰਡੋ ਪੈਸੀਫਿਕ ਖੇਤਰ ਵਿੱਚ ਆਪਸੀ ਚਿੰਤਾ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਨਾਲ ਹੀ ਦੋਹਾਂ ਨੇ ਪ੍ਰਸ਼ਾਂਤ ਵਿੱਚ ਆਪਣੀ ਰੱਖਿਆ ਰਣਨੀਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਪ੍ਰਸ਼ਾਂਤ ਟਾਪੂ ਦੇ ਭਾਈਵਾਲਾਂ ਨਾਲ ਸੁਰੱਖਿਆ ਮਾਮਲਿਆਂ ਵਿੱਚ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਪੁਲਾੜ ਗੱਡੀ ਪਾਰਕਰ ਸੋਲਰ ਪ੍ਰੋਬ ਨੇ ਸੂਰਜ ਤੱਕ ਪਹੁੰਚਣ ਅਤੇ ਛੂਹਣ ਦਾ ਬੇਮਿਸਾਲ ਕਾਰਨਾਮਾ ਕੀਤਾ ਹੈ। ਕਿਸੇ ਸਮੇਂ ਅਸੰਭਵ ਮੰਨੀ ਜਾਂਦੀ ਹੈ ਪ੍ਰਾਪਤੀ ਪੁਲਾੜ ਗੱਡੀ ਨੇ 8 ਮਹੀਨੇ ਪਹਿਲਾਂ ਭਾਵ ਅਪ੍ਰੈਲ 'ਚ ਹੀ ਹਾਸਲ ਕਰ ਲਈ ਸੀ। ਪਰ ਪੁਲਾੜ ਵਿੱਚ ਲੱਖਾਂ ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਵਾਹਨ ਤੋਂ ਸੂਚਨਾ ਤੱਕ ਪਹੁੰਚਣ ਅਤੇ ਇਸ ਤੋਂ ਬਾਅਦ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ 'ਚ ਵਿਗਿਆਨੀਆਂ ਨੂੰ ਕਾਫੀ ਸਮਾਂ
ਲੱਗ ਗਿਆ। ਨਾਸਾ ਨੇ ਆਪਣੀ ਪਾਰਕਰ ਸੋਲ ਪ੍ਰੋਬ ਪੁਲਾੜ ਗੱਡੀ 12 ਅਗਸਤ 2018 ਨੂੰ ਲਾਂਚ ਕੀਤੀ ਸੀ। ਨਾਸਾ ਦਾ ਕਹਿਣਾ ਹੈ ਕਿ ਪਾਰਕਰ ਪ੍ਰੋਬ ਤੋਂ ਸਾਨੂੰ ਜੋ ਜਾਣਕਾਰੀ ਮਿਲਦੀ ਹੈ ਉਹ ਸੂਰਜ ਬਾਰੇ ਸਾਡੀ ਸਮਝ ਨੂੰ ਹੋਰ ਵਿਕਸਿਤ ਕਰੇਗੀ। ਸੂਰਜ ਦੇ ਵਾਯੂਮੰਡਲ ਦਾ ਤਾਪਮਾਨ ਲਗਭਗ 11 ਮਿਲੀਅਨ ਡਿਗਰੀ ਸੈਲਸੀਅਸ ਹੈ। ਇਹ ਜਿਹੀ ਗਰਮੀ ਧਰਤੀ ਤੇ ਪਾਏ ਜਾਣ ਵਾਲੇ ਸਾਰੇ ਪਦਾਰਥਾਂ ਨੂੰ ਕੁਝ ਸਕਿੰਟਾਂ ਵਿੱਚ ਪਿਘਲਾ ਸਕਦੀ ਹੈ। ਇਸ ਲਈ ਵਿਗਿਆਨੀਆਂ ਨੇ ਪੁਲਾੜ ਗੱਡੀ ਵਿੱਚ ਵਿਸ਼ੇਸ਼ ਟੈਕਨੀਕ ਵਾਲੀਆਂ ਹੀਟ ਸ਼ੀਲਡਾਂ ਲਗਾਈਆਂ ਹਨ ਜੋ ਲੱਖਾਂ ਡਿਗਰੀ ਦੇ ਤਾਪਮਾਨ 'ਚ ਵੀ ਪੁਲਾੜ ਗੱਡੀ ਨੂੰ ਸੂਰਜ ਦੀ ਗਰਮੀ ਤੋਂ ਬਚਾਉਣ ਦਾ ਕੰਮ ਕਰਦੀਆਂ ਨੇ। ਅਜਿਹੇ ਵਿੱਚ ਇਸ ਯੰਤਰ ਨੂੰ ਉੱਚ ਪਿਘਲਣ ਵਾਲੇ ਪਦਾਰਥਾਂ ਜਿਵੇਂ ਕਿ ਟੰਗਸਟਨ, ਨਿਊਬੀਅਮ, ਮੋਲੀਬਡੇਨਮ ਅਤੇ ਸੈਫਾਇਰ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਹੈ। ਕੈਨੇਡਾ 'ਚ ਕਿਊਬਿਕ ਪ੍ਰਾਂਤ ਤੋਂ ਟਰੱਕ ਡਰਾਈਵਰ ਬੀਬੀ ਹਰਪ੍ਰੀਤ ਸਹੋਤਾ ਬੀਤੇ ਦਿਨੀ ਇੰਟਰਨੈਟ ਰਾਹੀਂ ਨੌਕਰੀ ਲੱਭਦੇ ਸਮੇਂ ਕਿਸੇ ਆਨਲਾਈਨ ਧੋਖਾਧੜੀ ਘੁਟਾਲੇ 'ਚ ਅਜਿਹੀ ਉਲਝੀ ਕਿ ਕਿਸੇ ਨਿਰਾਸ਼ ਹੋਏ ਦੁਆਰੀਏ ਵਾਂਗ ਆਪਣੇ ਅਤੇ ਆਪਣੀ ਮਾਂ ਦੇ ਗਹਿਣੇ ਵੇਚ ਕੇ ਅਤੇ ਕ੍ਰੈਡਿਟ ਕਾਰਡਾਂ ਤੋਂ ਕਰਜ਼ੇ ਚੁੱਕ ਕੇ 1 ਲੱਖ ਤੋਂ ਵੱਧ ਡਾਲਰ ਦਾਅ ਤੇ ਲਾ ਦਿੱਤੇ। ਠੱਗ ਹੋਣ ਤੋਂ ਬਾਅਦ ਬੀਬੀ ਸਹੋਤਾ ਵੱਲੋਂ ਪੁਲਿਸ ਅਤੇ ਮੀਡੀਆ ਨਾਲ ਸੰਪਰਕ ਕੀਤਾ ਜਾ ਰਿਹਾ, ਜਦਕਿ ਘਟਨਾ ਵਾਪਰਨ ਵੇਲੇ ਉਸਨੇ ਚੁੱਪ ਕਰਕੇ ਆਪਣੀ ਮਰਜ਼ੀ ਕਰਨਾ ਉਚਿਤ ਸਮਝਿਆ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਆਨਲਾਈਨ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਵਾਉਣ ਦੇ ਬਹੁਤ ਸਾਰੇ ਜਾਲਸਾਜ਼ ਸਰਗਰਮ ਹਨ, ਜਿਨ੍ਹਾਂ ਤੋਂ ਹਰੇਕ ਵਿਅਕਤੀ ਨੂੰ ਆਪਣਾ ਬਚਾਅ ਕਰਨ ਦੀ ਲੋੜ ਹੈ। ਰਕਮ ਖੁੱਸ ਜਾਣ ਤੋਂ ਬਾਅਦ ਪੁਲਿਸ ਵੀ ਬਹੁਤਾ ਕੁਝ ਨਹੀਂ ਕਰ ਪਾਉਂਦੀ ਕਿਉਂਕਿ ਠੱਗੜੀਆਂ ਵਿਦੇਸ਼ਾਂ ਵਿੱਚ ਹੁੰਦੇ ਨੇ। ਆਰਬੀਆਈ ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਨਾਰੋਵਾਲ ਵਿੱਚ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਨਾਲ OCI ਕਾਰਡ ਧਾਰਕਾਂ ਨੂੰ 11,000 ਰੁਪਏ ਦੀ ਭਾਰਤੀ ਕਰੰਸੀ ਜਾਂ ਇਸ ਦੇ ਬਰਾਬਰ ਤੱਕ ਦੇ ਅਮਰੀਕੀ ਡਾਲਰ ਲਿਜਾਣ ਦੀ ਆਗਿਆ ਦੇ ਦਿੱਤੀ ਹੈ, ਜੋ ਕਿ 25,000 ਰੁਪਏ ਦੀ ਆਮ ਹੱਦ ਤੋਂ ਘੱਟ ਹੈ। ਵਿਦੇਸ਼ ਮੁਦਰਾ ਪ੍ਰਬੰਧਨ ਨਿਯਮ 2015 ਅਨੁਸਾਰ ਕੋਈ ਵੀ ਭਾਰਤੀ ਨਾਗਰਿਕ ਨੇਪਾਲ ਤੇ ਭੂਟਾਨ ਤੋਂ ਇਲਾਵਾ 25,000 ਰੁਪਏ ਤੱਕ ਕਰੰਸੀ ਨਾਲ ਲਿਜਾ ਸਕਦਾ ਹੈ ਅਤੇ ਇਹੀ ਹੱਦ ਮੁਦਰਾ ਲਿਆਉਣ ਲਈ ਵੀ ਲਾਗੂ ਹੁੰਦੀ ਹੈ। ਰਿਜ਼ਰਵ ਬੈਂਕ ਨੇ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ ਭਾਰਤੀ ਮੂਲ ਦੇ ਓਵਰਸੀਜ਼ ਨਾਗਰਿਕਾਂ ਕਾਰਡ ਧਾਰਕਾਂ ਨੂੰ 11,000 ਰੁਪਏ ਦੀ ਭਾਰਤੀ ਕਰੰਸੀ ਇਸ ਦੇ ਬਰਾਬਰ ਤੱਕ ਦੇ ਅਮਰੀਕੀ ਡਾਲਰ ਲੈ ਜਾਣ ਦੀ ਆਗਿਆ ਦੇ ਦਿੱਤੀ ਹੈ। ਓਮਿਕਰੌਨ ਦੇ ਡਰ ਵਿਚਾਲੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਮੰਗਲਵਾਰ ਨੂੰ ਆਮ ਸੰਪਰਕ ਤੋਂ ਬਾਅਦ ਕੋਵਿਡ-19 ਟੈਸਟ ਕੀਤਾ ਗਿਆ। ਪਿਛਲੇ ਸ਼ੁੱਕਰਵਾਰ ਸਿਡਨੀ ਵਿੱਚ ਇੱਕ ਸਕੂਲ ਗ੍ਰੈਜੂਏਸ਼ਨ ਸਮਾਰੋਹ ਵਿੱਚ ਉਹਨਾਂ ਦੇ ਭਾਗੀਦਾਰੀ ਤੋਂ ਬਾਅਦ ਉਹਨਾਂ ਨੂੰ ਕੋਵਿਡ-19 ਟੈਸਟਿੰਗ ਦੇ ਅਧੀਨ ਕੀਤਾ ਗਿਆ। ਦਾ ਗਾਰਡੀਅਨ ਦੇ ਅਨੁਸਾਰ 10 ਦਸੰਬਰ ਸ਼ੁੱਕਰਵਾਰ ਨੂੰ ਮੋਰਿਸਨ ਦੇ ਨਾਲ ਲਗਭਗ 1000 ਲੋਕਾਂ ਨੇ ਡਾਰਲਿੰਗ ਹਾਰਬਰ ਵਿੱਚ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਿੱਚ ਕਿਨਕੋਪਲ ਰੋਜ਼ ਦੇ ਗ੍ਰੈਜੂਏਸ਼ਨ ਦਾਵਤ ਵਿੱਚ ਸ਼ਿਰਕਤ ਕੀਤੀ ਸੀ। ਹਾਂਗਕਾਂਗ ਵਿੱਚ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਮਾਰਤ ਵਿੱਚ 300 ਤੋਂ ਵੱਧ ਲੋਕ ਫਸੇ ਹੋਏ ਨੇ। ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਹਨਾਂ ਨੂੰ ਬਚਾਉਣ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਬਚਾਅ ਕਰਮਚਾਰੀਆਂ ਨੇ ਇਮਾਰਤ ਦੀਆਂ ਹੇਠਲੀਆਂ ਮੰਜ਼ਲਾਂ ਤੇ ਫਸੇ ਕਈ ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਸ਼ਹਿਰ ਦੇ ਪ੍ਰਸਿੱਧ ਕਾਜ਼ਵੇ ਬੇ ਜ਼ਿਲ੍ਹੇ ਵਿੱਚ ਗਲੋਸਟਰ ਰੋਡ ਤੇ ਸਥਿਤ ਵਰਲਡ ਟ੍ਰੇਡ ਸੈਂਟਰ ਵਿੱਚ ਦੁਪਹਿਰ ਨੂੰ ਅੱਗ ਲੱਗ ਗਈ। ਇਸ 38 ਮੰਜ਼ਿਲਾ ਇਮਾਰਤ ਵਿੱਚ ਦਫ਼ਤਰ ਅਤੇ ਇੱਕ ਸ਼ਾਪਿੰਗ ਮਾਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 12 ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਮਾਰਤ ਵਿੱਚ ਬਣੇ ਮਾਲ ਅਤੇ ਰੈਸਟੋਰੈਂਟਾਂ ਵਿੱਚ ਅਜੇ ਵੀ ਕਈ ਲੋਕ ਫਸੇ ਹੋਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਉੱਪਰਲੀ ਮੰਜ਼ਲ ਤੋਂ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਉਹਨਾਂ ਵਿੱਚੋਂ ਕਈਆਂ ਨੇ ਧੂਏ ਤੋਂ ਬਚਣ ਲਈ ਆਪਣੇ ਨੱਕ ਅਤੇ ਮੂੰਹ ਨੂੰ ਕੱਪੜੇ ਨਾਲ ਢੱਕ ਲਿਆ ਹੈ। ਪੁਲਿਸ ਨੇ 39 ਮੰਜ਼ਲ ਵਰਲਡ ਟ੍ਰੇਡ ਸੈਂਟਰ ਦੇ ਆਲੇ-ਦੁਆਲੇ ਦੀਆਂ ਕੁਝ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਬ੍ਰੌਡਕਾਸਟਰ RTXA ਨੇ ਕਿਹਾ ਕਿ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਇਮਾਰਤ ਵਿੱਚ 39ਵੀਂ ਮੰਜ਼ਲ ਤੇ ਸਥਿਤ ਰੈਸਟੋਰੈਂਟ 'ਚ ਲਗਭਗ 100 ਲੋਕ ਬਾਹਰ ਚਲੇ ਗਏ ਜਦੋਂ ਅੱਗ ਲੱਗੀ ਅਤੇ ਖਾਣਾ ਖਾਣ ਵਾਲਾ ਖੇਤਰ ਧੂਆਂ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ 3:06 ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਅੱਗ ਤੇ ਕਾਬੂ ਪਾਉਣ ਲਈ 2 ਵਾਟਰ ਜੈਟਾਂ ਦੀ ਮਦਦ ਕੀਤੀ ਗਈ ਤੇ ਬਚਾਅ ਕਾਰਜ ਜਾਰੀ ਨੇ। ਡੋਮਿਨਿਕ ਰਿਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਨਿੱਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਹੈਲੀਡੋਸਾ ਐਵੀਏਸ਼ਨ ਸਮੂਹ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਂਟੋ ਡੋਮਿੰਗੋ ਨੇੜੇ
ਪੁੰਟਾ ਕੋਸੇਡੇ ਵਿੱਚ ਲਾਸ ਅਮਰੀਕਾਸ ਹਵਾਈ ਅੱਡੇ ਤੇ ਬੁੱਧਵਾਰ ਨੂੰ ਇੱਕ ਨਿੱਜੀ ਜੈਟ ਦੇ ਹਾਦਸਾਗ੍ਰਸਤ ਹੋਣ ਕਾਰਨ 7 ਯਾਤਰੀਆਂ ਤੇ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ 6 ਵਿਦੇਸ਼ੀ ਨਾਗਰਿਕ ਅਤੇ ਇੱਕ ਡੋਮਿਨਿਕਨ ਰਿਪਬਲਿਕ ਦਾ ਨਿਵਾਸੀ ਸੀ। CNN ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਪੀੜਤਾਂ ਵਿੱਚ ਪਿਊਟਰ ਰਿਕਾਨ, ਸੰਗੀਤ ਨਿਰਮਾਤਾ ਜੋਸੇ ਹਰਨਾਂਡੇਜ਼, ਉਹਨਾਂ ਦੀ ਪਤਨੀ ਅਤੇ ਬੱਚਾ ਵੀ ਸ਼ਾਮਲ ਹੈ। ਉੱਥੇ ਫਲਾਈਟ ਰਡਾਰ 24 ਮੁਤਾਬਕ ਜਹਾਜ਼ ਲਾ ਇਸਾਬੇਲਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਲੋਰੀਡਾ ਲਈ ਉਡਾਣ ਭਰੀ ਸੀ, ਪਰ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਟੇਕ ਆਫ ਦੇ ਠੀਕ 15 ਮਿੰਟ ਬਾਅਦ ਹਾਦਸਾਗ੍ਰਸਤ ਹੋ ਗਿਆ। ਕੰਪਨੀ ਨੇ ਕਿਹਾ, ਇਹ ਬੇहद ਦੁਖਦਾਈ ਹਾਦਸਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰਭਾਵਿਤ ਪਰਿਵਾਰਾਂ ਦਾ ਸਮਰਥਨ ਕਰਨ ਲਈ ਇਕਜੁੱਟ ਹੋਵੋ ਜੋ ਇਸ ਮੁਸ਼ਕਿਲ ਸਮੇਂ ਵਿੱਚ ਲੰਘ ਰਹੇ ਨੇ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਲਿਆਂਵਾਲਾ ਬਾਗ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਵਿੱਚ ਇੱਕ 2 ਮੰਜ਼ਿਲਾ ਇਮਾਰਤ ਢਹਿ ਗਈ। ਮਲਬੇ ਹੇਠ 3 ਲੋਕ ਦੱਬੇ ਗਏ, 4 ਉਸੇ ਇਮਾਰਤ ਦੇ ਉੱਪਰਲੇ ਹਿੱਸੇ ਵਿੱਚ ਫਸ ਗਏ ਸਨ। NDRF ਦੀ 40 ਮੈਂਬਰੀ ਟੀਮ ਨੇ ਪਹੁੰਚ ਕੇ 35 ਮਿੰਟਾਂ 'ਚ ਸਾਰੇ 7 ਲੋਕਾਂ ਨੂੰ ਬਚਾਇਆ। ਇਸ ਦੇ ਨਾਲ ਇਮਾਰਤ ਵਿੱਚ ਫਸੇ 3 ਲੋਕਾਂ ਨੂੰ ਵੀ 15 ਮਿੰਟ ਹੇਠਾਂ ਉਤਾਰ ਲਿਆ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇੱਕ ਮੌਕਾ ਡਰਿਲ ਸੀ ਜੋ ਕਿ ਆਜ਼ਾਦੀ ਅੰਮ੍ਰਿਤ ਮਹਾਉਤਸਵ ਤਹਿਤ ਕਰਵਾਈ ਗਈ ਸੀ। ਜਲਿਆਂਵਾਲਾ ਬਾਗ ਵਿੱਚ ਬੁੱਧਵਾਰ ਨੂੰ ਦੁਪਹਿਰ 12:15 ਮੌਕੇ ਡਰਿਲ ਸ਼ੁਰੂ ਹੋਈ। ਭੂਚਾਲ ਤੋਂ ਬਾਅਦ ਡਿੱਗੀ ਇਮਾਰਤ ਤੇ ਲੋਕਾਂ ਦੇ ਚੀਕਣ ਦੀ ਆਵਾਜ਼ ਆਈ। ਬਾਗ ਦਾ ਸਾਇਰਨ ਵੱਜਦਿਆਂ ਸੁਰੱਖਿਆ ਕਰਮਚਾਰੀ ਇਮਾਰਤ ਵੱਲ ਭੱਜੇ। ਬਾਗ ਪੁਲਿਸ ਪੋਸਟ ਵਿੱਚ ਤਾਇਨਾਤ ASI ਹਰਪਾਲ ਸਿੰਘ ਦੀ ਸੂਚਨਾ ਤੇ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਤੇ ਅਧਿਕਾਰੀ, 2 ਐਂਬੂਲੈਂਸਾਂ ਸਮੇਤ ਮੈਡੀਕਲ ਟੀਮ ਪਹੁੰਚੇ ਤੇ ਫਿਰ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਮਾਰਤ ਦੇ ਮਲਬੇ ਵਿੱਚ ਫਸੇ 3 ਲੋਕਾਂ ਨੂੰ ਬਚਾਉਣ ਲਈ ਕੰਧ ਵਿੱਚ ਇੱਕ ਹਾਲ ਬਣਾਇਆ ਗਿਆ। ਉਹਨਾਂ ਨੇ 20 ਮਿੰਟ ਵਿੱਚ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਉੱਪਰਲੀ ਮੰਜ਼ਿਲ ਤੋਂ 4 ਲੋਕਾਂ ਨੂੰ ਮਾਊਂਟ ਰੌਪ ਰੈਸਕਿਊ ਰਾਹੀਂ ਬਚਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਜਲੰਧਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਈ ਜਾਏਗੀ। ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਜਲੰਧਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਦੀ ਅਗਵਾਈ ਕਰ ਰਹੇ ਸਨ। ਡਾਕਟਰ ਅੰਬੇਡਕਰ ਚੌਂਕ ਵਿਖੇ ਹੋਈ ਸਮਾਪਤ ਤਿਰੰਗਾ ਯਾਤਰਾ ਪਿੱਛੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੁਆਬੇ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਬੀਤੇ ਲੰਬੇ ਅਰਸੇ ਤੋਂ ਮੰਗ ਕਰ ਰਹੇ ਹਨ ਕਿ ਜਲੰਧਰ 'ਚ ਕੌਮਾਂਤਰੀ ਹਵਾਈ ਅੱਡਾ ਬਣਾਇਆ ਜਾਵੇ। ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਜਲੰਧਰ 'ਚ ਕੌਮਾਂਤਰੀ ਹਵਾਈ ਅੱਡਾ ਵੀ ਬਣਾਇਆ ਜਾਏਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਦੀ ਸਪੋਰਟਸ ਇੰਡਸਟਰੀ ਵਿਸ਼ਵ ਪ੍ਰਸਿੱਧ ਹੈ। ਜਦੋਂ ਸਚਿਨ ਤੰਦੂਲਕਰ ਆਪਣੇ ਬੱਲੇ ਨਾਲ ਛੱਕੇ ਲਾਉਂਦੇ ਸਨ ਤਾਂ ਉਹਨਾਂ ਦਾ ਬੱਲਾ ਜਲੰਧਰ ਦਾ ਬਣਿਆ ਹੁੰਦਾ ਸੀ। ਜਦੋਂ ਓਲੰਪਿਕ ਖੇਡਾਂ ਵਿੱਚ ਕਾਂਸੇ ਦੇ ਮੈਡਲ ਜਿੱਤਣ ਵਾਲੀ ਹਾਕੀ ਦੀ ਟੀਮ ਖੇਡਦੀ ਸੀ ਤਾਂ ਹਾਕੀ ਦੇ ਬਾਲ ਜਲੰਧਰ ਦੇ ਬਣੇ ਹੁੰਦੇ ਸਨ। ਕੇਜਰੀਵਾਲ ਨੇ ਤਿਰੰਗਾ ਯਾਤਰਾ ਨੂੰ ਪੰਜਾਬ ਦੀ ਏਕਤਾ, ਅਖੰਡਤਾ ਤੇ ਭਾਈਚਾਰੇ ਦਾ ਪ੍ਰਤੀਕ ਦੱਸਿਆ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਕਾਲਾ ਦੌਰ ਦੇਖਿਆ ਹੈ ਤੇ ਕੋਈ ਨਹੀਂ ਚਾਹੁੰਦਾ ਕਿ ਉਹ ਦਿਨ ਵਾਪਸ ਆਉਣ। ਇਸ ਲਈ ਸਾਰੇ ਪੰਜਾਬ ਦੀ ਏਕਤਾ, ਅਖੰਡਤਾ ਤੇ ਖੁਸ਼ਹਾਲੀ ਲਈ ਕੰਮ ਕਰਨਗੇ। ਤਿਰੰਗਾ ਯਾਤਰਾ ਭਗਵਾਨ ਬਾਲਮੀਕ ਚੌਂਕ ਤੋਂ ਸ਼ੁਰੂ ਹੋਈ ਹੈ ਤੇ ਲਗਭਗ 98 ਮਿੰਟ ਬਾਅਦ ਡਾਕਟਰ ਅੰਬੇਡਕਰ ਚੌਂਕ ਵਿੱਚ ਪੁੱਜੀ, ਜਿੱਥੇ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਹੋਰਨਾਂ ਆਗੂਆਂ ਨਾਲ ਡਾਕਟਰ BR ਅੰਬੇਡਕਰ ਨੂੰ ਨਮਨ ਵੀ ਕੀਤਾ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੇਸ਼ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਸਨ, ਜਿਨ੍ਹਾਂ ਨੇ ਕਈ ਮਾਸਟਰ ਡਿਗਰੀਆਂ ਹਾਸਲ ਕੀਤੀਆਂ ਸਨ ਤੇ ਲੰਡਨ ਤੇ ਅਮਰੀਕਾ ਤੋਂ PhD ਵੀ ਕੀਤੀ। ਉਹਨਾਂ ਨੇ ਕਿਹਾ ਕਿ ਡਾਕਟਰ ਅੰਬੇਡਕਰ ਦਾ ਸੁਪਨਾ ਸੀ ਕਿ ਦੇਸ਼ ਦੇ ਹਰੇਕ ਬੱਚੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਡਾਕਟਰ ਅੰਬੇਡਕਰ ਦੇ ਇਸ ਅਧੂਰੇ ਸੁਪਨੇ ਨੂੰ ਪੂਰੀਆਂ ਕਰੇਗੀ। ਲੜਕੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਲੜਕੀਆਂ ਲਈ ਵਿਆਹ ਦੀ ਕਾਨੂੰਨੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ। ਇਸ ਦੇ ਲਈ ਸਰਕਾਰ ਮੌਜੂਦਾ ਕਾਨੂੰਨਾਂ ਵਿੱਚ ਸੋਧ ਲਿਆਏਗੀ। ਦੱਸ ਦਈਏ ਕਿ ਪਹਿਲੀ ਵਾਰ PM ਨਰਿੰਦਰ ਮੋਦੀ ਨੇ ਪਿਛਲੇ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਆਪਣੇ ਸੰਬੋਧਨ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਕਿਹਾ ਕਿ ਬੇਟੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਹਨਾਂ ਦਾ ਸਹੀ ਸਮੇਂ ਤੇ ਵਿਆਹ ਕੀਤਾ ਜਾਵੇ। ਇਸ ਸਮੇਂ ਮਰਦਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਹੈ ਅਤੇ ਲੜਕੀਆਂ ਲਈ 18 ਸਾਲ ਹੈ। ਹੁਣ ਸਰਕਾਰ ਇਸ ਨੂੰ ਰੂਪ ਦੇਣ ਲਈ ਬਾਲ ਵਿਆਹ ਰੋਕੂ ਕਾਨੂੰਨ, ਵਿਸ਼ੇਸ਼ ਵਿਆਹ ਕਾਨੂੰਨ ਅਤੇ ਹਿੰਦੂ ਵਿਆਹ ਕਾਨੂੰਨ ਵਿੱਚ ਸੋਧਾਂ ਲਿਆਏਗੀ। ਨੀਤੀ ਆਯੋਗ ਵਿੱਚ ਜ਼ਿਆ ਜੇਤਲੀ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਇਸ ਦੀ ਸਿਫਾਰਿਸ਼ ਕੀਤੀ ਸੀ। BK ਪਾਲ ਵੀ ਇਸ ਟਾਸਕ ਫੋਰਸ ਦੇ ਮੈਂਬਰ ਸਨ। ਇਹਨਾਂ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਉੱਚ ਸਿੱਖਿਆ, ਸਕੂਲੀ ਸਿੱਖਿਆ ਅਤੇ ਸਾਖਰਤਾ ਮਿਸ਼ਨ ਅਤੇ ਨਿਆਂ ਅਤੇ ਕਾਨੂੰਨ ਮੰਤਰਾਲੇ ਦੇ ਬਿੱਲ ਵਿਭਾਗ ਦੇ ਸਕੱਤਰ ਟਾਸਕ ਫੋਰਸ ਦੇ ਮੈਂਬਰ ਸਨ। ਇਸ ਦਾ ਗਠਨ ਪਿਛਲੇ ਸਾਲ ਜੂਨ ਵਿੱਚ ਕੀਤਾ ਗਿਆ ਸੀ ਤੇ ਪਿਛਲੇ ਸਾਲ ਦਸੰਬਰ ਵਿੱਚ ਹੀ ਆਪਣੀ
ਰਿਪੋਰਟ ਦਿੱਤੀ ਗਈ ਸੀ। ਟਾਸਕ ਫੋਰਸ ਨੇ ਕਿਹਾ ਕਿ ਪਹਿਲੇ ਬੱਚੇ ਨੂੰ ਜਨਮ ਦੇਣ ਸਮੇਂ ਉਮਰ 21 ਸਾਲ ਹੋਣੀ ਚਾਹੀਦੀ ਹੈ। ਵਿਆਹ ਵਿੱਚ ਦੇਰੀ ਦਾ ਪਰਿਵਾਰਾਂ, ਔਰਤਾਂ ਤੇ ਬੱਚਿਆਂ ਤੇ ਸਮਾਜ ਦੇ ਆਰਥਿਕ, ਸਮਾਜਿਕ ਅਤੇ ਸਿਹਤ ਉੱਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।